पंजाबी रेडियो च वैसे सुन रहे सारे ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜਿਸ ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ, ਦੱਸਣਗੇ ਕਿ ਭਾਰਤ ਵਿੱਚ ਜਾਂ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ ਜੀ। ਖਬਰਾਂ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਸਪੋਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ। ਆਪ ਸਭ ਤੱਕ ਪਹੁੰਚਾਇਆ ਜੀ ਗੁਰਦੀਪ ਸਿੰਘ ਬਿਰਦੀ ਕਲੋਬਸ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਤੋਂ, ਅਸ਼ਾਨਜੀਤ ਸਿੰਘ ਕਲੋਟੀ ਜੁਬਾ ਸਿਟੀ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਮਨਦੀਪ ਸਿੰਘ ਜੀ ਤੇ ਸਰਬਜੀਤ ਕੌਰ ਸੈਨੋਜੇ, ਪ੍ਰੀਤਮ ਸਿੰਘ ਤੇ ਦਲਵਿੰਦਰ ਸਿੰਘ ਜੀ ਗਿੱਲ ਬੇਕਰਸਫੀਲਡ, ਹਰਵਿੰਦਰ ਸਿੰਘ ਸਮਰਾ ਜੁਬਾ ਸਿਟੀ, ਕਸ਼ਮੀਰ ਸਿੰਘ ਜੀ ਸੈਕਰਾਮੈਂਟੋ ਸਾਊਥ ਵੈਸਟ ਫਾਰਮੇਸੀ ਵਾਲੇ ਬੇਕਰਸਫੀਲਡ ਤੋਂ, ਹਰਵੰਤ ਸਿੰਘ ਜੀ ਉੱਪਲ ਜੁਬਾ ਸਿਟੀ ਤੋਂ, ਜੱਸੀ ਪਲੰਬਿੰਗ ਵਾਲੇ ਤੇ ਜੱਸੀ ਸਿੱਧੂ ਜੀ ਬੇਕਰਸਫੀਲਡ ਤੋਂ। ਬਹੁਤ ਬਹੁਤ ਇਹਨਾਂ ਦੀ ਧੰਨਵਾਦੀ ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ। ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਅਤੇ ਬਲਤੇਜ ਪੰਨੂ ਜੀ, ਆਪਾਂ ਬੱਸਾਂ ਦੀ ਜੇ ਗੱਲ ਕਰੀਏ, ਜਿੱਦਣ ਦੀ ਇਹ ਨਵੀਂ ਗੌਰਮੈਂਟ ਆਈ ਆ, ਇੱਕ ਦੋ ਨਿਊਜ਼ ਆਈਆਂ ਆ, ਪਰ ਜਿੱਦਾਂ ਬੱਸਾਂ ਦਾ ਪਹਿਲਾਂ ਰੌਲਾ ਪੈਂਦਾ ਹੁੰਦਾ ਸੀ, ਗੈਰ ਕਾਨੂੰਨੀ ਬੱਸਾਂ ਚੱਲਦੀਆਂ, ਉਹਨਾਂ ਨੂੰ ਰੋਕਣ ਲਈ ਮਨਪ੍ਰੀਤ ਤੇ ਸਿੱਧੂ ਨੇ ਕਿਹਾ ਕਿ ਅਸੀਂ ਯਤਨਸ਼ੀਲ ਹਾਂ। ਬਿਲਕੁਲ ਜੀ, ਜਿਹੜਾ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਜੀ, ਉਸ ਤੋਂ ਬਾਅਦ ਜਿਹੜੀ ਸੀ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜਾ ਸੀਗਾ ਉਹਨਾਂ ਨੇ ਇਹ ਗੱਲ ਆਖੀ ਹੈ ਜੀ ਕਿ ਜਿਹੜੀਆਂ ਗੈਰ ਕਾਨੂੰਨੀ ਤੌਰ ਦੇ ਉੱਤੇ ਚੱਲਦੀਆਂ ਬੱਸਾਂ ਨੇ ਉਹ ਹਰ ਹਾਲ ਦੇ ਵਿੱਚ ਬੰਦ ਕੀਤੀਆਂ ਜਾਣਗੀਆਂ। ਔਰ ਉਹਨਾਂ ਨੇ ਵੀ ਕਿਹਾ ਕਿ ਜਿਹੜੇ ਅਕਾਲੀ ਦਲ ਵਾਲੇ ਨੇ ਉਹ ਰੌਲਾ ਰੱਪਾ ਪਾ ਕੇ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਉਹਨੂੰ ਖਰਾਬ ਕਰਨ ਦੇ ਯਤਨਾਂ ਦੇ ਵਿੱਚ ਨੇ। ਇਹਨਾਂ ਦੋਨਾਂ ਆਗੂਆਂ ਦੀ ਡਿਊਟੀ ਸ਼ਾਇਦ ਜਿਹੜੀ ਹੈ ਜੀ ਉਹ ਕਾਂਗਰਸ ਨੇ, ਸਰਕਾਰ ਨੇ ਜਿਹੜੀ ਲਾਈ ਸੀ, ਕਿਉਂਕਿ ਦੋ ਹੀ ਜਿਹੜੇ ਸੀਗੇ ਇਹ ਪ੍ਰੈਸ ਕਾਨਫਰੰਸ ਦੇ ਵਿੱਚ ਬੋਲੇ ਨੇ, ਹੋਰ ਤਾਂ ਕੋਈ ਨਹੀਂ। ਨਾ ਕੈਪਟਨ ਸਾਹਿਬ ਜਿਹੜੇ ਜੀ ਉਹ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਆਏ ਨੇ। ਉਹਨਾਂ ਨੇ ਇਹ ਗੱਲ ਕਹੀ ਕਿ ਪਿਛਲੀ ਅਕਾਲੀ ਭਾਜਪਾ ਸਰਕਾਰ ਦੇ ਸਮੇਂ 800 ਕਰੋੜ ਰੁਪਏ ਦੇ ਕੰਮ ਜਿਹੜੇ ਸੀਗੇ ਉਹ ਸਿੰਗਲ ਟੈਂਡਰ ਦੇ ਉੱਤੇ ਕੀਤੇ ਗਏ, ਜਿਹਦਾ ਆਡਿਟ ਨਹੀਂ ਕਰਵਾਇਆ ਗਿਆ। ਔਰ ਇਹ ਕਿਹਾ ਗਿਆ ਜੀ ਕਿ ਬਾਦਲ ਪਰਿਵਾਰ ਦੀਆਂ 2 ਬੱਸਾਂ ਹੁੰਦੀਆਂ ਸੀਗੀਆਂ ਔਰ ਇਹ 650 ਕਿਵੇਂ ਹੋ ਗਈਆਂ। PRTC ਤੇ ਰੋਡਵੇਜ਼ ਨੂੰ ਜਿਹੜਾ ਜੀ ਉਹ ਘਾਟਾ ਪੈ ਰਿਹਾ। ਟਰਾਂਸਪੋਰਟ ਨੀਤੀ ਦੀ ਗੱਲ ਉਹਨਾਂ ਨੇ ਕਿਹਾ ਕਿ ਰਾਜ ਸਰਕਾਰ 1990 ਦੀ ਟਰਾਂਸਪੋਰਟ ਨੀਤੀ ਲਿਆਊਗੀ, ਜਿਹਦੇ ਨਾਲ ਬਾਦਲਾਂ ਸਣੇ ਹੋਰ ਵਿਅਕਤੀਆਂ ਦੀਆਂ ਜਿਹੜੀਆਂ ਗੈਰ ਕਾਨੂੰਨੀ ਟਰਾਂਸਪੋਰਟ ਹੈ ਉਹਨੂੰ ਸਿੱਧੇ ਰਾਹ ਦੇ ਉੱਤੇ ਜਿਹੜਾ ਉਹ ਪਾਇਆ ਜਾਊਗਾ ਜੀ। ਗੈਰ ਕਾਨੂੰਨੀ ਬੱਸਾਂ ਰੋਕਣ ਦੇ ਵਾਸਤੇ ਜਿਹੜੀ ਕਿਸੇ ਨੀਤੀ ਦੀ ਲੋੜ ਨਾ ਹੋਣ ਤੇ ਕਾਂਗਰਸ ਸਰਕਾਰ ਦੇ ਵੱਲੋਂ ਜਿਹੜਾ ਜੀ 3 ਮਹੀਨੇ ਪੂਰੇ ਹੋਣ ਬਾਅਦ ਵੀ ਗੈਰ ਕਾਨੂੰਨੀ ਬੱਸਾਂ ਚੱਲਣ ਬਾਰੇ ਜਿਹੜਾ ਜੀ ਉਹ ਜ਼ਿਆਦਾ ਸਵਾਲ ਉਹਨਾਂ ਨੂੰ ਕੀਤੇ ਗਏ। ਔਰ ਉਹਨਾਂ ਨੇ ਸਿੱਧੂ ਨੇ ਤਾਂ ਇੱਥੋਂ ਤੱਕ ਕਹਿਤਾ ਜੀ ਵੀ ਜੇ ਮਹਿਕਮਾ ਮੇਰੇ ਕੋਲੇ ਹੁੰਦਾ ਤਾਂ ਹੁਣ ਨੂੰ ਮੈਂ ਫੱਟੇ ਚੱਕ ਦੇਣੇ ਸੀਗੇ, ਪਰ ਇਹ ਮਹਿਕਮਾ ਮੁੱਖ ਮੰਤਰੀ ਦੇ ਜਿਹੜਾ ਜੀ ਉਹ ਕੋਲੇ ਆ। ਔਰ ਉਹਨਾਂ ਨੇ ਇਹ ਵੀ ਕਿਹਾ ਜੀ ਕਿ ਸਿੱਧੂ ਹੋਰਾਂ ਨੇ ਕਿ ਮੈਂ ਬਾਦਲ ਆਪਣੇ ਅਕਾਲੀਆਂ ਨੂੰ ਗਾਲ ਨਹੀਂ ਕੱਢੀ, ਬਲਕਿ ਸਾਰਾ ਪੰਜਾਬ ਉਹਨਾਂ ਨੂੰ ਗਾਲਾਂ ਕੱਢਦਾ। ਤੋ ਜਿਹੜੇ ਵਿਧਾਨ ਸਭਾ ਦੀ ਕਾਰਵਾਈ ਸੀਗੀ ਇਹਦੇ ਵਿੱਚ ਵੀ ਓਵਰਆਲ ਜੇ ਦੇਖਿਆ ਜਾਵੇ ਤਾਂ ਜਿਹੜਾ ਰਾਜਾ ਵੜਿੰਗ ਸੀਗਾ ਜੀ ਉਹਨੇ ਵੀ ਕੁਝ ਚੋਭਾਂ ਜਿਹੜੀਆਂ ਸੀਗੀਆਂ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਉੱਤੇ ਹੀ ਲਾਈਆਂ। ਇਹ ਕਿਹਾ ਜੀ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਸਰਕਾਰ ਤਾਂ ਉਹਨਾਂ ਦੀ ਬਣ ਗਈ, ਪਰ ਉਹ ਖੂੰਡਾ ਕਿਤੇ ਰੱਖ ਕੇ ਭੁੱਲ ਗਏ ਆ ਤੇ ਇਹ ਖੂੰਡਾ ਨਾ ਚੁੱਕਣ ਕਰਕੇ ਹੀ ਸਾਰਾ ਕੁਝ ਜਿਹੜਾ ਜੀ ਹੋ ਰਿਹਾ। ਔਰ ਰਾਜਾ ਵੜਿੰਗ ਜਿਹੜੇ ਕਾਂਗਰਸ ਦੇ ਵਿਧਾਇਕ ਨੇ ਉਹਨਾਂ ਨੇ ਇਹ ਵੀ ਗੱਲ ਜਿਹੜੀ ਕਹੀ ਕਿ ਦਿਆਲ ਸਿੰਘ ਕੋਲਿਆਂਵਾਲੀ ਨੂੰ ਸਿਕਿਉਰਿਟੀ ਜਿਹੜੀ ਹੈ ਜੀ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਹ ਕਹਿ ਕੇ ਦਿੱਤੀ ਹੋਈ ਆ ਕਿ ਉਹਦੀ ਜਾਨ ਨੂੰ ਖਤਰਾ, ਜਦੋਂ ਕਿ ਇਸ ਸਿਕਿਉਰਿਟੀ ਦੀ ਉਹਨਾਂ ਦੇ ਦੱਸਣ ਦੇ ਅਨੁਸਾਰ ਉਹ ਦੁਰਵਰਤੋਂ ਜਿਹੜੀ ਹੈ ਜੀ ਉਹ ਕਰ ਰਿਹਾ। ਸੋ ਇਹ ਜਿਹੜਾ ਸੀਗਾ ਜੀ ਮਾਮਲਾ ਕੱਲ ਦਾ ਕਾਫੀ ਜਿਹੜਾ ਉਹ ਭਖਿਆ ਹੋਇਆ। ਔਰ ਸੁਖਪਾਲ ਖਹਿਰਾ ਦੇ ਖਾਸ ਤੌਰ ਦੇ ਉੱਤੇ ਵਿਧਾਨ ਸਭਾ ਦੇ ਵਿੱਚੋਂ ਮੁਅੱਤਲ ਹੋਣ ਕਰਕੇ ਆਮ ਆਦਮੀ ਪਾਰਟੀ ਨੂੰ ਵੀ ਇਸ ਵਿਧਾਨ ਸਭਾ ਦੇ ਸੈਸ਼ਨ ਦੇ ਦੌਰਾਨ ਇਹ ਦੂਸਰਾ ਝਟਕਾ ਲੱਗਿਆ, ਕਿਉਂਕਿ ਉਦੋਂ ਪਹਿਲਾਂ ਜਿਹੜੇ ਸਿਮਰਜੀਤ ਸਿੰਘ ਬੈਂਸ ਸੀ ਉਹਨਾਂ ਨੂੰ ਵੀ ਮੁਅੱਤਲ ਕੀਤਾ ਗਿਆ ਪੂਰੇ ਸੈਸ਼ਨ ਦੇ ਵਾਸਤੇ। ਬਿਲਕੁਲ ਜੀ, ਜਿਨ੍ਹਾਂ ਨੂੰ ਨੌਲੇਜ ਸੀ, ਜਿਹੜੇ ਬੋਲਦੇ ਸੀਗੇ ਉਹਨਾਂ ਨੂੰ ਬਾਹਰ ਕੱਢ ਦਿਓ ਤਾਂ ਜੋ ਮਰਜ਼ੀ ਕਰੋ। ਅੱਗੇ ਆਪਾਂ ਰਾਸ਼ਟਰਪਤੀ ਦੀ ਚੋਣ ਦੀ ਗੱਲ ਕੀਤੀ ਸੀ, ਉਸ ਨੂੰ ਲੈ ਕੇ ਸਰਗਰਮੀਆਂ ਤੇਜ਼। ਬਿਲਕੁਲ ਜੀ, ਐਕਚੁਅਲੀ ਜਿਉਂ ਇਹ ਚੋਣ ਜਿਹੜੀ ਹੈ ਜੀ ਉਹ ਨੇੜੇ ਆਊਗੀ ਤਿਉਂ ਇਹ ਸਰਗਰਮੀਆਂ ਜਿਹੜੀਆਂ ਜੀ ਉਹ ਵੱਧ ਰਹੀਆਂ ਨੇ। ਇਹ ਜਿਹੜੇ NDA ਹੈ ਜੀ ਉਹਦੇ ਵੱਲੋਂ ਸੋਨੀਆ ਗਾਂਧੀ ਹੋਰਾਂ ਦੇ ਨਾਲ ਮੁਲਾਕਾਤ ਜਿਹੜੀ ਆ ਉਹ ਕੀਤੀ ਗਈ ਆ, ਪਰ ਕਾਂਗਰਸ ਨੇ ਇਹ ਸਪਸ਼ਟ ਕੀਤਾ ਹੈ ਕਿ ਜਿੰਨੀ ਦੇਰ ਤੱਕ ਕਿਸੇ ਉਮੀਦਵਾਰ ਦਾ ਨਾਮ ਜਿਹੜਾ ਜੀ ਉਹ ਸਾਹਮਣੇ ਨਹੀਂ ਆ ਜਾਂਦਾ ਉਨੀ ਦੇਰ ਤੱਕ ਉਹ ਹਮਾਇਤ ਦੇ ਵਾਸਤੇ ਕੋਈ ਹਾਮੀ ਜਿਹੜੀ ਹੈ ਜੀ ਉਹ ਨਹੀਂ ਭਰ ਸਕਦੇ। ਭਾਜਪਾ ਦੇ ਜਿਹੜੇ ਨੇ ਜੀ ਅੰਦਰੂਨੀ ਸੂਤਰ ਉਹ ਦਾਅਵਾ ਕਰਦੇ ਨੇ ਕਿ ਪਾਰਟੀ ਨੇ ਰਾਸ਼ਟਰਪਤੀ ਦੀ ਚੋਣ ਲਈ
ਨਾਮਜ਼ਦਗੀਆਂ ਦੇ 4 ਸੈੱਟ ਤਿਆਰ ਕੀਤੇ ਆ। ਪਾਰਟੀ ਪ੍ਰਧਾਨ ਅਮਿਤ ਸ਼ਾਹ ਦੇ ਵੱਲੋਂ ਰਾਸ਼ਟਰਪਤੀ ਚੋਣ ਦੇ ਵਾਸਤੇ ਸਰਬਸੰਮਤੀ ਬਣਾਉਣ ਵਾਸਤੇ ਕਾਇਮ ਕੇਂਦਰੀ ਮੰਤਰੀਆਂ ਦੀ 3 ਮੈਂਬਰੀ ਟੀਮ ਦੇ 2 ਮੈਂਬਰ ਰਾਜਨਾਥ ਸਿੰਘ ਤੇ ਐਮ ਵੈਂਕਈਆ ਨਾਇਡੂ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਵਿਰੋਧੀ ਆਗੂਆਂ ਦੇ ਨਾਲ ਮੁਲਾਕਾਤ ਜਿਹੜੀ ਹੈ ਜੀ ਉਹ ਕੀਤੀ ਆ। ਔਰ ਇਸ ਮੁਲਾਕਾਤ ਦੇ ਵਿੱਚ ਇਹ ਕਿਹਾ ਗਿਆ ਜੀ ਕਿ ਪਹਿਲਾਂ ਤੁਸੀਂ ਲੈ ਕੇ ਆਓ ਨਾਮ, ਫਿਰ ਉਸ ਤੋਂ ਬਾਅਦ ਅਗਲੀ ਗੱਲ ਜਿਹੜੀ ਹੈ ਜੀ ਉਹ ਕਰਾਂਗੇ। ਜਿਹੜੇ ਅਰੁਣ ਜੇਤਲੀ ਨੇ ਉਹਨਾਂ ਦੇ ਵਿਦੇਸ਼ ਦੇ ਵਿੱਚ ਹੋਣ ਕਰਕੇ ਇਹ ਮੀਟਿੰਗ ਦੇ ਵਿੱਚ ਉਹ ਸ਼ਾਮਲ ਜਿਹੜਾ ਜੀ ਉਹ ਨਹੀਂ ਹੋਏ। ਜਿਹੜੀ ਸ਼ਿਵ ਸੈਨਾ ਹੈ ਉਹ ਹੁਣ ਤੱਕ RSS ਦੇ ਮੁਖੀ ਨੂੰ ਜਿਹੜਾ ਜੀ ਉਹ ਉਭਾਰਦੀ ਰਹੀ ਹੈ ਕਿ ਉਹੀ ਬੈਸਟ ਜਿਹੜੇ ਕੈਂਡੀਡੇਟ ਹੋ ਸਕਦੇ ਨੇ, ਪਰ ਇੱਕ ਨਵਾਂ ਪੈਂਤੜਾ ਜਿਹੜਾ ਜੀ ਉਹ ਮੱਲਿਆ ਹੈ ਹੁਣ ਸ਼ਿਵ ਸੈਨਾ ਨੇ। ਸ਼ਿਵ ਸੈਨਾ ਨੇ ਜਿਹੜੇ ਉਮੀਦਵਾਰ ਹੈ ਉਹਨਾਂ ਨੇ ਮਦਦ ਕੀਤੀ ਹੈ ਜੀ। ਖੇਤੀ ਵਿਗਿਆਨੀ MS ਸਵਾਮੀਨਾਥਨ ਤੇ ਮੈਟਰੋ ਮੈਨ ਦੇ ਤੌਰ ਦੇ ਉੱਤੇ ਜਾਣੇ ਜਾਂਦੇ ਜੀ ਇਹ ਸ੍ਰੀਧਰਨ ਹੋਰਾਂ ਦਾ ਨਾਮ ਜਿਹੜਾ ਜੀ ਭਾਜਪਾ ਦੇ ਵੱਲੋਂ ਬੋਲਿਆ ਗਿਆ। ਸ਼ਿਵ ਸੈਨਾ ਨੇ ਇਹ ਕਿਹਾ ਕਿ ਜੇ ਭਾਜਪਾ ਦੇ ਵੱਲੋਂ ਜਿਹੜਾ ਜੀ ਭਾਗਵਤ ਦੇ ਨਾਂ ਦੇ ਉੱਤੇ ਸਹਿਮਤੀ ਨਹੀਂ ਬਣਦੀ ਤਾਂ ਸਵਾਮੀਨਾਥਨ ਦਾ ਨਾਂ ਜਿਹੜਾ ਜੀ ਉਹ ਵਿਚਾਰਿਆ ਜਾਵੇ। ਮੈਟਰੋਮੈਨ ਦੇ ਨਾਂ ਦੇ ਉੱਤੇ ਵੀ ਜਿਹੜੀ ਹੈ ਜੀ ਉਹ ਸਹਿਮਤੀ ਪੈ ਸਕਦੀ ਹੈ, ਪਰ ਬਹੁਤੀਆਂ ਪਾਰਟੀਆਂ ਜਿਹੜੀਆਂ ਜੀ ਜੇ ਸਵਾਮੀਨਾਥਨ ਹੋਰਾਂ ਦਾ ਨਾਮ ਸਾਹਮਣੇ ਆਉਂਦਾ ਤਾਂ ਉਹਦੇ ਉੱਤੇ ਜਿਹੜੀ ਹੈ ਜੀ ਉਹ ਸਹਿਮਤੀ ਹੋ ਸਕਦੀ ਹੈ ਤਕਰੀਬਨ ਸਾਰੀਆਂ ਧਿਰਾਂ ਦੀ, ਕਿਉਂਕਿ ਸਵਾਮੀਨਾਥਨ ਹੋਰਾਂ ਨੇ ਕਿਸਾਨਾਂ ਦੇ ਵਾਸਤੇ ਬਹੁਤ ਕੰਮ ਜਿਹੜਾ ਜੀ ਉਹ ਕੀਤਾ। ਜਿਹੜੀ ਸਵਾਮੀਨਾਥਨ ਰਿਪੋਰਟ ਦਾ ਅਕਸਰ ਜਿਹੜਾ ਜੀ ਉਹ ਜ਼ਿਕਰ ਹੁੰਦਾ ਉਹ ਇਹਨਾਂ ਨੇ ਹੀ ਤਿਆਰ ਕੀਤੀ ਹੋਈ ਆ ਕਿ ਖੇਤੀ ਜਿਹੜੀ ਆ ਉਹਨੂੰ ਲਾਹੇਵੰਦ ਕਿਵੇਂ ਬਣਾਇਆ ਜਾਵੇ ਤੇ ਕਿਸਾਨਾਂ ਨੂੰ ਜਿਹੜਾ ਜੀ ਮੁਸ਼ਕਲਾਂ ਦੇ ਵਿੱਚੋਂ ਕਿਵੇਂ ਕੱਢਿਆ ਜਾਵੇ। ਸਵਾਲ ਇੰਨਾ ਕਿੱਥੇ ਜ਼ਰੂਰ ਹੈਗਾ ਕਿ ਭਾਰਤੀ ਜਨਤਾ ਪਾਰਟੀ ਵਾਲੇ ਜਦੋਂ ਇਹ ਇਲੈਕਸ਼ਨਾਂ ਦੇ ਦੌਰਾਨ ਇਹ ਕਹਿੰਦੇ ਸੀ ਸਵਾਮੀਨਾਥਨ ਦੀ ਰਿਪੋਰਟ ਅਸੀਂ ਲਾਗੂ ਕਰਾਂਗੇ, ਇਲੈਕਸ਼ਨ ਜਿੱਤਣ ਤੋਂ ਬਾਅਦ ਜਿਹੜਾ ਜੀ ਇਹ ਜ਼ਰੂਰ ਭੁੱਲ ਗਏ ਉਹਨੂੰ ਔਰ ਇਹ ਕਿਹਾ ਜੀ ਕਿ ਸਵਾਮੀਨਾਥਨ ਰਿਪੋਰਟ ਦੀ ਲੋੜ ਨਹੀਂ। ਇਹਦੇ ਸੰਬੰਧੀ ਹਰਸਿਮਰਤ ਕੌਰ ਬਾਦਲ ਵੀ ਪਿਛਲੇ ਦਿਨੀ ਬਠਿੰਡੇ 'ਚ ਕਹਿ ਕੇ ਗਏ ਆ ਜੀ ਕਿ ਸਵਾਮੀਨਾਥਨ ਰਿਪੋਰਟ ਦੀ ਲੋੜ ਨਹੀਂ ਆ। ਇਹ ਵਜ੍ਹਾ ਹੋ ਸਕਦੀ ਆ ਕਿ BJP ਜਿਹੜੀ ਹੈ ਜੀ ਉਹ ਸਵਾਮੀਨਾਥਨ ਹੋਰਾਂ ਨੂੰ ਨਾ ਉਭਾਰੇ, ਨਹੀਂ ਤਾਂ ਇਸ ਨਾਂ ਦੇ ਉੱਤੇ ਜਿਹੜੀ ਹੈ ਜੀ ਉਹ ਸਹਿਮਤੀ ਬਣਨ ਦੇ ਚਾਂਸਸ ਜਿਹੜੇ ਆ ਉਹ ਬਣ ਸਕਦੇ ਆ ਜੇ ਇਹ ਨਾਮ ਜਿਹੜਾ ਜੀ ਉਹ ਉੱਭਰ ਕੇ ਸਾਹਮਣੇ ਆਉਂਦਾ। ਵੈਸੇ ਜਿੰਨੀ ਕੁ ਲਿਸਟ ਹੈ ਪਿਛਲੇ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਤੇ ਰੌਲਾ ਥੋੜਾ ਜਿਹਾ ਪੈਂਦਾ ਸੀਗਾ ਕਿ ਵੱਡੇ ਬਾਦਲ ਹੋਰਾਂ ਨੂੰ ਰਾਸ਼ਟਰਪਤੀ ਦੀ ਅਪਰੋਚ ਜਿਹੜੀ ਹੈ ਜੀ ਉਹ ਕੀਤੀ ਆ। ਕਿਸੇ ਗਿਣਤੀ ਮਿੰਤੀ ਦੇ ਵਿੱਚ ਹੀ ਇਹ ਨਾਮ ਨਹੀਂ ਹੈਗਾ ਜੀ, ਐਵੇਂ ਲੱਗਦਾ ਇੱਥੋਂ ਹੀ ਕਿਸੇ ਦੀ ਹੀ ਅਡਾਈ ਹੋਈ ਸੀ ਵੀ ਦੇਖੋ ਰੇੜ ਕੇ ਸ਼ਾਇਦ ਦੇ ਚੌਰਸ ਹੀ ਰਿੜ ਜੇ। ਬਿਲਕੁਲ ਜੀ, ਸੋਸ਼ਲ ਮੀਡੀਆ 'ਤੇ ਤਾਂ ਬਹੁਤੀਆਂ ਸਾਰੀਆਂ ਆਪ ਵੀ ਅੜਾਈਆਂ ਜਾਂਦੀਆਂ। ਅੱਗੇ ਆਪਾਂ ਮੰਦਸੌਰ ਕਾਂਡ ਵਾਲਾ ਜਿਹੜਾ ਉੱਥੇ ਹੋਇਆ ਸੀਗਾ ਉਸ ਤਰ੍ਹਾਂ ਦਾ ਹੀ ਪੰਜਾਬ ਤੇ ਹਰਿਆਣੇ ਦੀਆਂ ਸੜਕਾਂ ਤੇ ਮੱਧ ਪ੍ਰਦੇਸ਼ ਦੇ ਵਿੱਚ ਮੰਦਸੌਰ ਦੇ ਵਿੱਚ ਜੀ ਪੁਲਿਸ ਫਾਇਰਿੰਗ ਦੇ ਨਾਲ ਮਾਰੇ ਗਏ ਕਿਸਾਨਾਂ ਦੀ ਮੌਤ ਦੇ ਵਿਰੁੱਧ ਤੇ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਸੀਗੀਆਂ ਜੀ ਇਹਨੂੰ ਲੈ ਕੇ ਦੇਸ਼ ਵਿਆਪੀ ਅੰਦੋਲਨ ਜਿਹੜਾ ਜੀ ਉਹ ਸ਼ੁਰੂ ਹੋਇਆ ਔਰ ਕੱਲ ਪੂਰੇ ਮੁਲਕ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਕਿਸਾਨ ਜਿਹੜੇ ਸੀਗੇ ਜੀ ਉਹ ਸੜਕਾਂ ਦੇ ਉੱਤੇ ਆ ਗਏ। ਪੰਜਾਬ ਤੇ ਹਰਿਆਣਾ ਸਣੇ ਜਿਹੜੇ ਇਹ ਕਿਸਾਨ ਸੀਗੇ ਜੀ ਇਹਨਾਂ ਨੇ ਸੜਕਾਂ ਤੇ ਆ ਕੇ ਆਵਾਜਾਈ ਜਿਹੜੀ ਸੀ ਉਹ ਠੱਪ ਕਰਕੇ ਆਪਣਾ ਰੋਸ ਜਤਾਇਆ। ਮੁਲਕ ਦੀਆਂ 62 ਕਿਸਾਨ ਜਥੇਬੰਦੀਆਂ ਨੇ ਮੱਧ ਪ੍ਰਦੇਸ਼ ਘਟਨਾ ਦੇ ਖਿਲਾਫ ਕਰਜ਼ਾ ਮੁਆਫੀ ਲਈ ਆਵਾਜਾਈ ਠੱਪ ਕਰਨ ਦਾ ਜਿਹੜਾ ਜੀ ਉਹ ਸੱਦਾ ਦਿੱਤਾ ਹੋਇਆ ਸੀਗਾ। ਕਿਸਾਨਾਂ ਨੇ ਬਠਿੰਡਾ, ਕੋਟਕਪੂਰਾ, ਮੁਕਤਸਰ, ਫਲੌਰ, ਟਾਂਡਾ, ਖਮਾਣੋ ਤੇ ਦਰਾਹਾ ਦੇ ਸਣੇ ਕਈ ਥਾਈਂ ਆਵਾਜਾਈ ਜਿਹੜੀ ਸੀ ਉਹ ਠੱਪ ਕੀਤੀ। ਹਰਿਆਣੇ ਦੇ ਵਿੱਚ ਵੀ ਇਹ ਆਵਾਜਾਈ ਜਿਹੜੀ ਸੀ ਵੱਖ-ਵੱਖ ਥਾਵਾਂ ਦੇ ਉੱਤੇ ਠੱਪ ਰਹੀ। ਖਾਸ ਤੌਰ ਦੇ ਉੱਤੇ ਮੇਨ ਜਿਹੜਾ ਹਾਈਵੇ ਆ ਜੀ ਅੰਬਾਲਾ ਦੇ ਵਿੱਚ ਮੋਹਰਾਂ ਦੇ ਨੇੜੇ ਟਰੈਕਟਰ ਟਰਾਲੀਆਂ ਜਿਹੜੀਆਂ ਸੀਗੀਆਂ ਜੀ ਉਹ ਲਿਆ ਕੇ ਕਿਸਾਨਾਂ ਨੇ ਹਾਈਵੇ ਦੇ ਉੱਤੇ ਲਾਤੀਆਂ ਜੀ। ਔਰ ਰੋਹਤਕ, ਸੋਨੀਪਤ, ਹਿਸਾਰ, ਸਿਰਸਾ, ਜੀਂਦ, ਭਵਾਨੀ ਤੇ ਚਰਖੀ ਜਿਹੜਾ ਹੈ ਜੀ ਇੱਥੇ ਵੀ ਜਿਹੜਾ ਟ੍ਰੈਫਿਕ ਸੀਗਾ ਉਹ ਜਾਮ ਕੀਤਾ ਗਿਆ। ਜਿਹੜੇ ਐਮਰਜੈਂਸੀ ਵਹੀਕਲ ਸੀਗੇ ਉਹਨਾਂ ਨੂੰ ਨਹੀਂ ਰੋਕਿਆ ਗਿਆ, ਉਹਨਾਂ ਨੂੰ ਜਾਣ ਦਿੱਤਾ ਗਿਆ। ਥਾਂ-ਥਾਂ ਦੇ ਉੱਤੇ ਪੁਲਿਸ ਜਿਹੜੀ ਸੀਗੀ ਜੀ ਉਹ ਤਾਇਨਾਤ ਰਹੀ। ਸ਼ਾਇਦ ਮੱਧ ਪ੍ਰਦੇਸ਼ ਦੇ ਵਿੱਚ ਜਿਹੜੀ ਵਾਪਰੀ ਘਟਨਾ ਉੱਥੋਂ ਦੀ ਸਰਕਾਰ ਦੀ ਹੋ ਰਹੀ ਆਲੋਚਨਾ ਤੇ ਪੁਲਿਸ ਦੇ ਵੱਲੋਂ ਚਲਾਈ ਗਈ ਗੋਲੀ ਜਿਹੜੀ ਸੀ ਉਹਦੇ ਤੋਂ ਸਬਕ ਲੈਂਦਿਆਂ ਹੋਇਆਂ ਪੁਲਿਸ ਨੇ ਕਿਸੇ ਜਗ੍ਹਾ ਦੇ ਉੱਤੇ ਕੋਈ ਸਖਤੀ ਨਹੀਂ ਕੀਤੀ।
ਸ਼ਾਇਦ ਜਿਹੜੀ ਇਹਦੀ ਸਰਕਾਰ, ਕੇਂਦਰ ਦੀ ਸਰਕਾਰ ਦੀਆਂ, ਸੂਬਿਆਂ ਦੀਆਂ ਸਰਕਾਰਾਂ ਨੂੰ ਹਦਾਇਤਾਂ ਹੋਣਗੀਆਂ ਕਿ ਚੁੱਪ ਕਰਕੇ ਇਹ ਦਿਨ ਕਿਸੇ ਤਰੀਕੇ ਦੇ ਨਾਲ ਕੱਢਿਆ ਜਾਵੇ। ਜੇਕਰ ਰੋਕਿਆ ਗਿਆ ਤਾਂ ਇਹ ਅੰਦੋਲਨ ਜਿਹੜਾ ਜੀ ਉਹ ਤਿੱਖਾ ਹੋਣ ਦੇ ਚਾਂਸਸ ਜਿਹੜੇ ਉਹ ਬਣ ਸਕਦੇ ਆ। ਇਸ ਕਰਕੇ ਜਿਹੜਾ ਟ੍ਰੈਫਿਕ ਜਾਮ ਹੋਣ ਦੇ ਨਾਲ ਲੋਕਾਂ ਨੂੰ ਮੁਸ਼ਕਲਾਂ ਤਾਂ ਜਿਹੜੀਆਂ ਜੀ ਉਹ ਕਾਫੀ ਸਾਰੀਆਂ ਆਈਆਂ, ਪਰ ਕਿਸੇ ਜਗ੍ਹਾ ਤੋਂ ਕਿਸੇ ਕਿਸਮ ਦੇ ਵਿਵਾਦ ਦੀ ਖਬਰ ਜਿਹੜੀ ਨਹੀਂ ਆਈ ਜਿੱਥੇ ਕੋਈ ਝੜਪਾਂ ਵਗੈਰਾ ਪੁਲਿਸ ਦੇ ਨਾਲ ਹੋਈਆਂ ਹੋਣ। ਚਲੋ ਉੱਦਾਂ ਵੈਸੇ ਇਸ ਦੇ ਵਿੱਚ ਸ਼ਾਮਲ ਹੋਣਾ ਤਾਂ ਇਹਨਾਂ ਦਾ ਬਣਦਾ ਵੀ ਸੀਗਾ। ਅਤੇ ਅੱਗੇ ਆਪਾਂ ਇੱਕ ਰਿਪੋਰਟ ਦੱਸੀ ਹੈ ਕਿ ਘੱਟ ਆਮਦਨ ਆ ਅਤੇ ਜਿਹੜੇ ਖਰਚੇ ਵੱਧ ਆ, ਅਤੇ ਉਸ ਦੇ ਵਿੱਚ ਹੀ ਕਿਸਾਨ ਅਤੇ ਮਜ਼ਦੂਰ ਉਲਝੇ। ਕੁਲਦੀਪ, ਕਰਜ਼ੇ ਦੇ ਬੋਝ ਦੇ ਹੇਠ ਜਿਹੜੇ ਸੁਸਾਈਡ ਕਰ ਰਹੇ ਪੰਜਾਬ ਦੇ ਕਿਸਾਨਾਂ ਤੇ ਮਜ਼ਦੂਰਾਂ ਦੀ ਵੱਡੀ ਸਮੱਸਿਆ ਇਹ ਜਿਹੜੀ ਹੈ ਜੀ ਦੱਸੀ ਗਈ ਹੈ ਰਿਪੋਰਟ ਦੇ ਵਿੱਚ ਕਿ ਜਿੰਨੀ ਆਮਦਨ ਹੈ ਉਹਦੇ ਤੋਂ ਵੱਧ ਜਿਹੜਾ ਖਰਚਾ ਉਹ ਹੋ ਰਿਹਾ, ਔਰ ਆਮਦਨ ਵਧਾਉਣ ਦੇ ਤਰੀਕੇ ਲੱਭੇ ਜਾਣ ਤੋਂ ਬਿਨਾਂ ਹਾਲਾਤ ਠੀਕ ਹੋਣ ਦੀ ਸੰਭਾਵਨਾ ਵੀ ਜਿਹੜੀ ਹੈ ਜੀ ਉਹ ਨਹੀਂ ਦੱਸੀ ਗਈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅਰਥ ਸ਼ਾਸਤਰ ਵਿਭਾਗ ਦੇ ਨੇ ਜੀ ਗਿਆਨ ਸਿੰਘ, ਤੇ ਉਹਨਾਂ ਨੇ ਆਪਣੇ ਸਹਿਯੋਗੀਆਂ ਦੇ ਨਾਲ ਕਿਸਾਨਾਂ ਤੇ ਖੇਤ ਮਜ਼ਦੂਰਾਂ ਸਿਰ ਚੜ੍ਹਿਆ ਕਰਜ਼ਾ ਇੱਕ ਸਰਵੇਖਣ ਨਾਂ ਦੇ ਅਧੀਨ ਜਿਹੜੀ ਹੈ ਜੀ ਇਹ ਇੱਕ ਰਿਪੋਰਟ ਛਾਇਆ ਕੀਤੀ ਹੈ ਕਿਤਾਬ ਦੇ ਰੂਪ ਦੇ ਵਿੱਚ। ਸੂਬੇ ਦੇ 1000 ਤੋਂ ਉੱਪਰ ਕਿਸਾਨ ਤੇ 300 ਤੋਂ ਉੱਪਰ ਮਜ਼ਦੂਰ ਪਰਿਵਾਰਾਂ ਦੇ ਆਧਾਰ ਦੇ ਉੱਤੇ ਕੀਤਾ ਗਿਆ ਜਿਹੜਾ ਸਰਵੇਖਣ ਹੈ ਜੀ ਉਹ ਕੋਈ 2.5 ਏਕੜ ਤੱਕ ਦੀ ਮਾਲਕੀ ਵਾਲੇ ਕਿਸਾਨ ਨੂੰ ਸਾਲ ਦੇ ਵਿੱਚ ਇਹ ਦੱਸਿਆ ਗਿਆ ਕਿ ਜੇ 1 ਰੁਪਈਏ ਆਮਦਨ ਹੁੰਦੀ ਆ ਉਹਦਾ ਖਰਚਾ 1 ਰੁਪਈਏ 35 ਪੈਸੇ ਹੋ ਜਾਂਦਾ। 5 ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨ ਦੀ 1 ਰੁਪਈਏ ਆਮਦਨ ਦੇ ਪਿੱਛੇ 1 ਰੁਪਈਆ ਤੇ 29 ਪੈਸੇ ਖਰਚ ਜਿਹੜਾ ਜੀ ਉਹ ਹੋ ਰਹੇ ਨੇ। ਤੇ ਜਿਹੜੇ ਅਰਧ ਦਰਮਿਆਨੇ ਕਿਸਾਨਾਂ ਨੂੰ ਆਮਦਨ ਤੋਂ 10 ਪੈਸੇ ਤੇ ਦਰਮਿਆਨੇ ਕਿਸਾਨਾਂ ਨੂੰ 6 ਪੈਸੇ ਵੱਧ ਖਰਚਾ ਜਿਹੜਾ ਉਹ ਕਰਨਾ ਪੈ ਰਿਹਾ। ਸਿਰਫ ਵੱਡੇ ਕਿਸਾਨਾਂ ਨੂੰ ਆਮਦਨ ਦੇ 100 ਪਿੱਛੇ 6 ਪੈਸੇ ਜਿਹੜੀ ਹੈ ਜੀ ਉਹ ਬੱਚਤ ਹੁੰਦੀ ਆ। ਇਹ ਜਿਹੜਾ ਸਰਵੇਖਣ ਇਹਦੇ ਵਿੱਚ ਸ਼ਾਮਲ ਕੀਤਾ ਗਿਆ ਉਹ ਇਹ ਦੱਸਦਾ ਹੈ ਕਿ ਕਿਸਾਨਾਂ ਦੀ ਔਸਤਨ ਆਮਦਨ ਜਿਹੜੀ ਹੈ ਜੀ 1 ਰੁਪਈਆ ਤੇ ਖਰਚਾ 1 ਰੁਪਈਆ 15 ਪੈਸੇ ਹੋ ਜਾਂਦਾ ਹੈ। ਖੇਤ ਮਜ਼ਦੂਰ 1 ਰੁਪਈਏ ਆਮਦਨ ਪਿੱਛੇ 1 ਰੁਪਈਏ ਤੇ 12 ਪੈਸੇ ਖਰਚ ਕਰਨ ਲਈ ਮਜਬੂਰ ਆ। ਇਹਨਾਂ ਦਾ ਫਰਕ ਇਸ ਲਈ ਘੱਟ ਹੈ ਕਿਉਂਕਿ ਇਹਨਾਂ ਨੂੰ ਕਰਜ਼ੇ ਘੱਟ ਮਿਲਦੇ ਆ, ਇਸ ਲਈ ਚਾਹੁੰਦੇ ਹੋਏ ਵੀ ਕਰਜ਼ਾ ਲੈ ਕੇ ਆਪਣੀਆਂ ਲੋੜਾਂ ਜਿਹੜੀਆਂ ਜੀ ਉਹ ਪੂਰੀਆਂ ਨਹੀਂ ਕਰ ਸਕਦੇ। ਜਿਹੜੇ ਸਰਵੇਖਣ ਵਾਲੇ ਘਰਾਂ ਦੇ ਵਿੱਚੋਂ ਕੋਈ 85.90% ਕਿਸਾਨ ਜਿਹੜੇ ਪਰਿਵਾਰ ਕਰਜ਼ੇ ਦੇ ਜਾਲ 'ਚ ਫਸੇ ਹੋਏ ਨੇ। ਖੇਤ ਮਜ਼ਦੂਰਾਂ ਦੇ 80% ਪਰਿਵਾਰ ਕਰਜ਼ੇ ਹੇਠ ਨੇ। ਪੰਜਾਬ ਦੇ ਕਿਸਾਨਾਂ ਦੇ ਪ੍ਰਤੀ ਏਕੜ ਕਰਜ਼ਾ ਜਿਹੜਾ ਜੀ 71,203 ਰੁਪਈਏ ਆ, ਔਰ ਖੇਤ ਮਜ਼ਦੂਰਾਂ ਦਾ ਪ੍ਰਤੀ ਪਰਿਵਾਰ ਕਰਜ਼ਾ ਜਿਹੜਾ ਜੀ ਉਹ ਕਰੀਬ 69,000 ਰੁਪਈਏ ਦੇ ਆ। ਔਰ ਇਹਨਾਂ ਨੂੰ ਜਿਹੜਾ ਜੀ ਕਰਜ਼ਾ ਜਿਹੜਾ ਉਹ ਪੱਕੇ ਤੌਰ ਦੇ ਉੱਤੇ ਜਿਹੜਾ ਬੈਂਕਾਂ ਦਾ ਉਹ ਨਹੀਂ ਮਿਲ ਰਿਹਾ ਕਿਉਂਕਿ ਇਹਨਾਂ ਦੇ ਕੋਲੇ ਗਹਿਣੇ ਰੱਖਣ ਦੇ ਵਾਸਤੇ ਕੁਝ ਵੀ ਨਹੀਂਗਾ ਜੀ। 92% ਕਰਜ਼ਾ ਉਹ ਬਹੁਤ ਉੱਪਰ ਵਿਆਜ ਦਰਾਂ ਦੇ ਉੱਤੇ ਮਿਲਦਾ ਹੈ ਜਿਹੜਾ ਕਿ ਅਸਲ ਦੇ ਵਿੱਚ ਖੇਤ ਮਜ਼ਦੂਰਾਂ ਦੀ ਜਿਹੜੀ ਹੈ ਜੀ ਉਹ ਮੁਸ਼ਕਲ ਨੂੰ ਵੱਡੀ ਕਰ ਰਿਹਾ। ਪਰ ਇਹਦੇ ਵਿੱਚ ਜਿਹੜੇ ਹੱਲ ਨੇ ਉਹ ਨਹੀਂ ਦੱਸੇ ਗਏ ਕਿ ਖੇਤੀ ਜਿਹੜੀ ਹੈ ਜੀ ਉਹਨੂੰ ਲਾਹੇਵੰਦ ਕਿਵੇਂ ਬਣਾਇਆ ਜਾਵੇ। ਜਿਹੜੇ ਇਨਕਮ ਸੋਰਸਿਸ ਨੇ ਉਹ ਕਿਹੜੇ ਤਰੀਕੇ ਦੇ ਨਾਲ ਵਧਾਏ ਜਾਣ। ਉਹਨੂੰ ਵੈਸੇ ਦੇਖਿਆ ਜਾਵੇ ਤਾਂ ਜਿਹੜਾ ਇੱਕ ਦੁੱਧ ਵਗੈਰਾ ਦਾ ਲਾਹੇਵੰਦ ਧੰਦਾ ਹੁੰਦਾ ਸੀਗਾ ਜਿਹੜਾ ਨਾਲ ਤੁਸੀਂ ਕਹਿ ਲਓ ਕਿ ਜੋੜਵਾਂ ਇੱਕ ਧੰਦਾ ਸੀਗਾ ਕਿ ਉਹਦੇ ਤੋਂ ਕਿਸਾਨਾਂ ਦਾ ਕੁਛ ਨਾ ਕੁਛ ਤੁਰਦਾ ਸੀਗਾ। ਹੌਲੀ ਹੌਲੀ ਕਿਸਾਨ ਡੰਗਰਾਂ ਤੋਂ ਪਾਸੇ ਹੋ ਰਹੇ ਨੇ। ਜਿਹੜੇ ਨਹੀਂ ਪਾਸੇ ਹੋਏ ਉਹਨੂੰ ਕੇਂਦਰੀ ਜਿਹੜੀਆਂ ਸਕੀਮਾਂ ਆਉਣ ਵਾਲੇ ਦਿਨਾਂ ਦੇ ਦੌਰਾਨ ਆ ਰਹੀਆਂ ਨੇ ਉਹਨਾਂ ਨੇ ਧੱਕੇ ਨਾਲ ਪਾਸੇ ਕਰ ਦੇਣਾ। ਜੀ ਜੀ ਬਿਲਕੁਲ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਮੁਕਾਬਲੇ ਦੇ ਵਿੱਚ ਮਾਰੇ ਗਏ ਸੀ ਗੈਂਗਸਟਰ ਤੇ ਉਹਨਾਂ ਦੇ ਜਿਹੜੇ ਫੋਨ ਆ ਉਹ ਲੌਕ ਆ ਤੇ ਪੁਲਿਸ ਲਈ ਮੁਸੀਬਤ ਬਣੇ ਪਏ ਆ। ਇੱਕ ਤਾਂ ਜੀ ਇਹ ਮੁਕਾਬਲਾ ਜਿਹੜਾ ਸੀਗਾ ਜੀ ਉਹ ਚਰਚਾ ਦਾ ਵਿਸ਼ਾ ਬਣਿਆ, ਅਜੇ ਵੀ ਜਿਹੜਾ ਜੀ ਉਹ ਬਣ ਰਿਹਾ। ਔਰ ਜਿਹੜਾ ਇੱਕ ਵਿੱਕੀ ਗੌਂਡਰ ਹੈ ਜੀ ਜਿਹੜਾ ਗੈਂਗਸਟਰ ਆ ਉਹਨੇ ਆਪਣੇ ਫੇਸਬੁੱਕ ਪੇਜ ਦੇ ਉੱਤੇ ਵੀ ਜਿਹੜਾ ਜੀ ਪਾਇਆ ਕਿ ਇਹ ਮੁਕਾਬਲਾ ਝੂਠਾ ਸੀਗਾ ਔਰ ਪੁਲਿਸ ਨੇ ਜਿਹੜਾ ਜੀ ਇਹਨਾਂ ਗੈਂਗਸਟਰਾਂ ਨੂੰ ਮਾਰਿਆ ਆਪ, ਔਰ ਇਹਨਾਂ ਨੇ ਖੁਦਕੁਸ਼ੀ ਜਿਹੜੀ ਹੈ ਜੀ ਉਹ ਨਹੀਂ ਕੀਤੀ। ਪੁਲਿਸ ਘੇਰਾਬੰਦੀ ਦੇ ਵਿੱਚ ਖੁਦਕੁਸ਼ੀ ਕਰਨ ਵਾਲੇ ਜਿਹੜੇ 3 ਗੈਂਗਸਟਰ ਸੀਗੇ ਇਹਨਾਂ ਦੇ ਮੋਬਾਇਲ ਫੋਨ ਦੇ ਲੌਕ ਜਿਹੜੇ ਆ ਪੰਜਾਬ ਤੇ ਹਰਿਆਣਾ ਪੁਲਿਸ ਲਈ ਮੁਸ਼ਕਲ ਜਿਹੜੇ ਉਹ ਬਣੇ ਹੋਏ ਆ। ਗੈਂਗਸਟਰਾਂ ਤੇ ਮਕਾਨ ਮਾਲਕ ਦੇ ਜਿਹੜਾ ਦੇ ਮੋਬਾਇਲ ਫੋਨ ਜਿਹੜੇ ਸੀ ਉਹ ਬਰਾਮਦ ਕੀਤੇ ਗਏ ਸੀਗੇ। ਇਹਨਾਂ ਦੇ ਵਿੱਚ ਸਿਮ ਹੈ ਨਹੀਂ ਸੀਗੇ ਮੋਬਾਇਲ ਫੋਨਾਂ ਦੇ ਵਿੱਚ, ਔਰ ਫੋਨ ਜਿਹੜੇ ਜੀ ਉਹ ਲੌਕ ਨੇ। ਇਹ ਕਿਹਾ ਜਾ ਰਿਹਾ ਜੀ ਕਿ ਇਹਨੂੰ ਐਕਚੁਅਲੀ ਇੰਟਰਨੈਟ ਦੇ ਰਾਹੀਂ ਜਿਹੜਾ ਉਹ ਵਰਤਿਆ ਜਾਂਦਾ ਤੇ ਜਿਹੜੀਆਂ ਨੈਟ ਕਾਲਿੰਗ ਹੈ ਜੀ ਉਹੀ ਕੀਤੀ ਜਾਂਦੀ ਸੀਗੀ ਤਾਂ ਕਿ
ਜਿਹੜਾ ਜੀ ਫੜੇ ਨਾ ਜਾਣ। ਜੇ ਸਿਮ ਯੂਜ਼ ਕਰਦੇ ਤੇ ਉੱਥੋਂ ਜਿਹੜਾ ਉਹ ਟਰੇਸ ਹੋ ਜਾਂਦੇ ਸੀਗੇ। ਹੁਣ ਇਹ ਜਿਹੜੇ ਮੋਬਾਈਲ ਫੋਨ ਨੇ ਇਹਨਾਂ ਨੂੰ ਫੋਰੈਂਸਿਕ ਲੈਬ ਦੇ ਵਿੱਚ ਭੇਜਿਆ ਜਾ ਰਿਹਾ ਤਾਂ ਕਿ ਹੋ ਸਕਦਾ ਉੱਥੇ ਜਿਹੜਾ ਜੀ ਇਹ ਖੁੱਲ੍ਹ ਜਾਣ। 3 ਗੈਂਗਸਟਰ ਜੰਪੀ, ਡੌਨ, ਬੰਟੀ ਤੇ ਨਿਸ਼ਾਨ ਨੇ ਜਿਹੜੀ ਜੀ ਉਹ ਖੁਦਕੁਸ਼ੀ ਕੀਤੀ ਸੀਗੀ। ਬਠਿੰਡਾ ਪੁਲਿਸ ਨੇ ਇੱਕ ਹੋਰ ਗੈਂਗਸਟਰ ਅਰਜਨ ਸਿੰਘ ਨੂੰ ਜਿਹੜਾ ਜੀ ਉਹ ਗ੍ਰਿਫਤਾਰ ਕੀਤਾ। ਇਹ ਵੀ ਇਹਨਾਂ ਦਾ ਸਾਥੀ ਜਿਹੜਾ ਜੀ ਉਹ ਦੱਸੀਦਾ। ਜਿਹੜੇ ਆਪਰੇਸ਼ਨ ਤੋਂ ਬਾਅਦ ਜਿਹੜੇ ਬਠਿੰਡਾ ਜ਼ੋਨ ਦੇ IG ਸੀਗੇ, ਜਿਹੜੀ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਗੱਲ ਆਖੀ ਸੀ, ਉਹਨੂੰ ਵੀ ਜਿਹੜਾ ਜੀ ਚਰਚਾ ਦਾ ਵਿਸ਼ਾ ਬਣਾਇਆ ਇਹਨਾਂ ਗੈਂਗਸਟਰ ਨੇ ਆਪਣੇ ਵੱਖੋ ਵੱਖਰੇ ਸੋਸ਼ਲ ਮੀਡੀਆ ਦੇ ਜਿਹੜੇ ਪੇਜ ਨੇ ਉਹਨਾਂ ਦੇ ਉੱਤੇ। ਇਹ ਕਿਹਾ ਗਿਆ ਜੀ ਕਿ ਜਦੋਂ ਕੋਈ ਪੁੜਪੜੀ ਦੇ ਵਿੱਚ ਆਪਣੀ ਗੋਲੀ ਮਾਰਦਾ ਹੈ ਤਾਂ ਉਹ ਸੱਜੇ ਪਾਸੇ ਮਾਰਦਾ। ਇਹ ਗੋਲੀ ਜਿਹੜੀ ਹੈ ਜੀ ਉਹ ਖੱਬੇ ਪਾਸੇ ਕਿਵੇਂ ਜਿਹੜੀ ਹੈ ਜੀ ਉਹ ਮਾਰੀ ਗਈ ਹੈ। ਉਹਨਾਂ ਨੇ ਇਹ ਵੀ ਗੱਲ ਆਖੀ ਹੈ ਜੀ ਕਿ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਉਹਦੇ ਵਿੱਚ ਇਹ ਕਿਹਾ ਗਿਆ ਸੀਗਾ ਕਿ ਜਦੋਂ ਨਿਸ਼ਾਨ ਸਿੰਘ ਭੱਜਣ ਲੱਗਿਆ ਤਾਂ ਦੋਵੇਂ ਗੈਂਗਸਟਰਾਂ ਵਿੱਚੋਂ ਕਿਸੇ ਇੱਕ ਨੇ ਉਹਦੀ ਛਾਤੀ ਦੇ ਵਿੱਚ ਗੋਲੀ ਮਾਰੀ। ਔਰ ਉਹ ਕਹਿੰਦੇ ਜੀ ਪਹਿਲਾਂ ਇਹ ਕਿਹਾ ਗਿਆ ਕਿ ਦੋਨਾਂ ਨੇ ਖੁਦਕੁਸ਼ੀ ਕਰ ਲਈ ਸੀ। ਜੇ ਦੋਨਾਂ ਨੇ ਖੁਦਕੁਸ਼ੀ ਕਰ ਲਈ ਸੀ ਤਾਂ ਫਿਰ ਉੱਠ ਕੇ ਉਹਨਾਂ ਨੇ ਗੋਲੀ ਜਿਹੜੀ ਹੈ ਜੀ ਉਹ ਕਿਵੇਂ ਮਾਰੀ। ਪੁਲਿਸ ਹਾਲਾਂਕਿ ਇਹਨਾਂ ਸਵਾਲਾਂ ਦਾ ਕੋਈ ਜਵਾਬ ਜਿਹੜਾ ਜੀ ਉਹ ਨਹੀਂ ਦੇ ਰਹੀ। ਉਹ ਇਹ ਸਮਝ ਰਹੀ ਹੈ ਕਿ ਜੇ ਫੋਨ ਦੇ ਲੌਕ ਜਿਹੜੇ ਆ ਜੀ ਉਹ ਖੁੱਲ ਗਏ ਤਾਂ ਉਹਦੇ ਵਿੱਚੋਂ ਕੁਝ ਖੁਲਾਸੇ ਜਿਹੜੇ ਆ ਜੀ ਉਹ ਵੱਖਰੇ ਨਵੇਂ ਕਰ ਸਕਦੀ ਆ, ਵੱਡੇ ਖੁਲਾਸੇ ਜਿਹੜੇ ਆ ਉਹ ਕਰ ਸਕਦੀ ਆ। ਉਹਦੇ ਨਾਲ ਇਹ ਮੁਕਾਬਲੇ ਦੀ ਜਿਹੜੀਆਂ ਖਬਰਾਂ ਨੇ ਉਹ ਆਪੇ ਠੰਡੀਆਂ ਪੈ ਜਾਣਗੀਆਂ। ਪਰ ਲੌਕ ਨਾ ਖੁੱਲਣਾ ਪੁਲਿਸ ਦੇ ਵਾਸਤੇ ਮੁਸੀਬਤ ਜ਼ਰੂਰ ਬਣੀ ਹੋਈ ਹੈ ਜੀ। ਬਿਲਕੁਲ ਜੀ, ਇਹ ਵੀ ਹੈਰਾਨੀ ਹੈ ਕਿ ਉਹਨਾਂ ਦੇ ਸਿਮ ਕਿੱਥੇ ਚਲ ਗਏ। ਤਾਂ ਅੱਗੇ ਆਪਾਂ ਗੱਲ ਕਰਦੇ ਹਾਂ ਕਿਸਾਨ ਦੇ ਕਰਜ਼ਿਆਂ ਲਈ ਬਣੀ ਸੀਗੀ ਇੱਕ ਕਮੇਟੀ, ਤੇ ਉਸ ਦੀ ਮਿਆਦ ਜਿਹੜੀ ਆ ਹੌਲੀ ਹੌਲੀ ਵਧਾਈ ਜਾ ਰਹੀ ਹੈ। ਵੈਸੇ ਪਹਿਲਾਂ ਆਸ ਹੀ ਸੀਗੀ ਜੀ ਹੱਕ ਕਮੇਟੀ ਜਿਹੜੀ ਹੈ ਜੀ ਵੀ ਇਹਦੀ ਮਿਆਦ ਵਧੂਗੀ। ਕਿਸਾਨੀ ਕਰਜ਼ਾ ਮੁਆਫੀ ਦੇ ਵਾਸਤੇ ਖੇਤੀ ਮਾਹਰ ਡਾਕਟਰ ਟੀ ਹੱਕ ਦੀ ਅਗਵਾਈ ਦੇ ਵਿੱਚ ਬਣਾਈ ਕਮੇਟੀ ਦੀ ਮਿਆਦ 2 ਮਹੀਨਿਆਂ ਲਈ ਜਿਹੜੀ ਆ ਉਹ ਵਧਾਈ ਜਾ ਰਹੀ ਆ। ਔਰ ਇਹ ਤਕਰੀਬਨ ਕਲੀਅਰ ਹੀ ਆ ਜੀ ਇਸ ਤੋਂ ਬਾਅਦ ਕਿ ਕਰਜ਼ਾ ਮੁਆਫੀ ਰਿਪੋਰਟ ਦੇ ਉੱਤੇ ਸਿਫਾਰਸ਼ਾਂ ਦੇਣ ਦਾ ਕੰਮ ਅਜੇ ਤੱਕ ਸਿਰੇ ਨਹੀਂ ਜਿਹੜਾ ਜੀ ਉਹ ਚੜ੍ਹ ਸਕਿਆ। ਕਰਜ਼ਾ ਮੁਆਫੀ ਦੇ ਸਵਾਲ ਤੇ ਸਰਕਾਰ ਤੇ ਵਿਰੋਧੀ ਧਿਰਾਂ ਦੇ ਵਿਚਾਲੇ ਇੱਕ ਅਹਿਮ ਮੁੱਦਾ ਜਿਹੜਾ ਜੀ ਇਹ ਬਣਿਆ ਹੋਇਆ। ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਵਿੱਚ ਰੌਲਾ ਰੱਪਾ ਪੈ ਰਿਹਾ ਔਰ ਜਿਹੜੇ ਇਹ ਪਤਾ ਲੱਗਿਆ ਜੀ ਕਿ ਸਰਕਾਰ ਨੇ ਕਰਜ਼ਾ ਮੁਆਫੀ ਬਾਰੇ ਪੂਰੀ ਰਿਪੋਰਟ ਤਿਆਰ ਨਾ ਹੋਣ ਕਰਕੇ ਕਮੇਟੀ ਦੀ ਮਿਆਦ 2 ਹੋਰ ਮਹੀਨਿਆਂ ਦੇ ਵਾਸਤੇ ਵਧਾਉਣ ਦਾ ਫੈਸਲਾ ਕੀਤਾ। ਮੁੱਖ ਮੰਤਰੀ ਹੋਰਾਂ ਨੇ ਇਹਦੀ ਪ੍ਰਵਾਨਗੀ ਜਿਹੜੀ ਇਹਦੀ ਦੇਤੀ ਹੈ। ਕਮੇਟੀ ਨੇ ਪਹਿਲਾਂ ਜੂਨ ਦੇ ਪਹਿਲੇ ਹਫ਼ਤੇ ਦੇ ਵਿੱਚ ਰਿਪੋਰਟ ਦੇਣੀ ਸੀ, ਪਰ ਕਮੇਟੀ ਨੂੰ ਕਰਜ਼ੇ ਦੇ ਬੋਝ ਹੇਠ ਦੱਬੀ ਕਿਸਾਨੀ ਦੇ ਪੂਰੇ ਅੰਕੜੇ ਨਹੀਂ ਮਿਲ ਸਕੇ, ਜਿਹਦੇ ਕਰਕੇ ਇਹ ਕੰਮ ਜਿਹੜਾ ਜੀ ਉਹ ਲਟਕਿਆ ਦੱਸਿਆ ਜਾਂਦਾ ਹੈ। ਇੱਕ ਦਿਨ ਪਹਿਲਾਂ ਕਿਸਾਨ ਆਗੂਆਂ ਤੇ ਫਿਰ ਬੈਂਕਰਜ਼ ਕਮੇਟੀ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਸੀ। ਇਸ ਤੋਂ ਬਾਅਦ ਮੁੱਖ ਮੰਤਰੀ ਹੋਰਾਂ ਦੇ ਨਾਲ ਲੰਬੀ ਮੀਟਿੰਗ ਜਿਹੜੀ ਆ ਉਹ ਕੀਤੀ ਗਈ ਹੈ। ਬਹੁਤੇ ਸਵਾਲ ਜਿਹੜੇ ਨੇ ਉਹ ਅਣਸੁਲਝੇ ਹੋਣ ਕਰਕੇ ਇਹਦੀ ਮਿਆਦ ਜਿਹੜੀ ਆ ਉਹ ਵਧਾਈ ਗਈ ਆ। ਕਰਜ਼ਾ ਮੁਆਫੀ ਦੇ ਬਾਰੇ ਅਜੇ ਤੱਕ ਸਰਕਾਰ ਨੂੰ ਅੰਤਰਿਮ ਰਿਪੋਰਟ ਜਿਹੜੀ ਹੈ ਜੀ ਉਹ ਮਿਲੀ ਨਹੀਂ ਆ। 2 ਮਹੀਨੇ ਦੇ ਵਿੱਚ ਕੀ ਜਿਹੜੀ ਹੈ ਜੀ ਇਹ ਰਿਪੋਰਟ ਤਿਆਰ ਹੋ ਜੂਗੀ, ਇਹ ਵੀ ਅਜੇ ਜਿਹੜਾ ਜੀ ਉਹ ਸਵਾਲ ਹੀ ਹੈ ਇੱਕ ਕਿ ਇੰਨੀ ਦੇਰ ਦੇ ਵਿੱਚ ਹੋ ਜੂਗੀ। ਔਰ ਦੂਸਰਾ ਇਹਦਾ ਜਿਹੜਾ ਜੀ ਮੇਨ ਹੈ, ਬੇਸ਼ੱਕ ਜਿਹੜੇ ਕੱਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਹ ਗੱਲ ਆਖੀ ਹੈ ਵਿਧਾਨ ਸਭਾ ਦੇ ਵਿੱਚ, ਮਨਪ੍ਰੀਤ ਸਿੰਘ ਬਾਦਲ ਹੋਰੀ ਵੀ ਕਹਿ ਰਹੇ ਨੇ ਕਿ ਇੰਤਜ਼ਾਰ ਕਰੋ, ਜਿਹੜਾ ਬਜਟ ਆ ਰਿਹਾ ਉਹਦੇ ਵਿੱਚ ਅਸੀਂ ਰਾਹਤ ਜਿਹੜੀ ਆ ਜੀ ਉਹ ਜ਼ਰੂਰ ਦੇਵਾਂਗੇ। ਮੰਨ ਲਓ ਜੇ ਰਾਹਤ ਜਿਹੜੀ ਆ ਜੀ ਉਹ ਦਿੱਤੀ ਜਾਂਦੀ ਆ, ਕੁਝ ਪੈਸੇ ਜਿਹੜੇ ਨੇ ਉਹ ਰੱਖ ਲਏ ਜਾਂਦੇ ਨੇ ਤੇ ਉਹ ਸਾਈਡ ਦੇ ਉੱਤੇ ਪਏ ਰਹਿਣਗੇ, ਕਿਉਂਕਿ ਜਿੰਨੀ ਦੇਰ ਤੱਕ ਡਾਕਟਰ ਟੀ ਹੱਕ ਹੋਰਾਂ ਵਾਲੀ ਰਿਪੋਰਟ ਜਿਹੜੀ ਹੈ ਜੀ ਉਹ ਸਬਮਿਟ ਨਹੀਂ ਹੁੰਦੀ ਉਨੀ ਦੇਰ ਤੱਕ ਕਰਜ਼ਿਆਂ ਸੰਬੰਧੀ ਅਜੇ 2 ਮਹੀਨੇ ਤਾਂ ਇਹ ਲਾ ਕੇ ਚੱਲੋ ਜੀ, ਕੁਝ ਨਹੀਂ ਹੋਊਗਾ। ਉਸ ਤੋਂ ਬਾਅਦ ਕੀ ਇਸ ਕਮੇਟੀ ਦੀ ਹੋਰ ਮਿਆਦ ਵੱਧਦੀ ਹੈ, ਉਹ ਕੀ ਸੁਝਾਅ ਦਿੰਦੀ ਹੈ, ਉਹ ਵਾਲੀਆਂ ਗੱਲਾਂ ਨੇ। ਅੱਜ ਹੀ ਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਆਪਾਂ ਨੂੰ ਆਪਣਾ ਸਰੀਰ ਦਾਨ ਕਰਨਾ ਚਾਹੀਦਾ, ਆਪਣੇ ਅੰਗ ਦਾਨ ਕਰਨੇ ਚਾਹੀਦੇ ਆ, ਪਰ ਮੈਡੀਕਲ ਕਾਲਜ ਅੰਮ੍ਰਿਤਸਰ ਦੇ ਵਿੱਚ ਦਾਨ ਕੀਤੀਆਂ ਹੋਈਆਂ ਦੇਹਾਂ ਨੂੰ ਚੂਹੇ ਖਾ ਰਹੇ। ਬਿਲਕੁਲ ਜੀ, ਐਕਚੁਅਲੀ ਜਿਹੜੇ ਇਹ ਅਵੇਅਰਨੈਸ ਤਾਂ ਆਈ ਹੈ ਜੀ, ਜਿਹੜੇ ਸਰੀਰ ਦਾਨ ਕਰਨ ਵਾਲੀ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਸਰੀਰ ਦਾਨ ਕਰਦੇ ਨੇ, ਪਰ ਜਿਹੜੇ ਅੰਮ੍ਰਿਤਸਰ ਦਾ ਮੈਡੀਕਲ ਕਾਲਜ ਹੈ ਜੀ ਉੱਥੇ ਚੂਹਿਆਂ ਦਾ ਖਾਣਾ ਜਿਹੜਾ ਜੀ ਉਹ ਬਣ ਰਹੀਆਂ ਨੇ ਇਹ ਮ੍ਰਿਤਕ ਦੇਹਾਂ। ਜਿਹੜੇ ਚੂਹੇ ਨੇ ਉਹ ਸਰੀਰ ਦੀਆਂ ਮ੍ਰਿਤਕ ਸਰੀਰ ਦੀਆਂ ਅੱਖਾਂ ਤੱਕ ਜਿਹੜਾ ਜੀ ਉਹ ਖਾ ਗਏ। ਕਾਕਰੋਚ ਤੇ ਕੀੜੇ ਜਿਹੜੇ ਨੇ ਉਹ ਸਰੀਰਾਂ ਨੂੰ ਲੱਗੇ ਨੇ। 3 ਸਾਲਾਂ ਤੋਂ ਇਹ ਜਿਹੜਾ ਮੁਰਦਾ ਘਰ ਹੈ ਜੀ ਉਹ 에ਅਰ ਕੰਡੀਸ਼ਨ ਪਲਾਂਟ ਉਹਦਾ ਖਰਾਬ ਪਿਆ। ਅੱਤ ਦੀ ਗਰਮੀ ਕਰਕੇ
ਮੁਰਦਾ ਘਰ 'ਚ ਰੱਖੇ ਗਏ ਜਿਹੜੇ ਸਰੀਰ ਨੇ ਉਹ ਗਰਮੀ ਨਾਲ ਪਿਘਲ ਰਹੇ ਨੇ। ਇਹਨਾਂ ਮ੍ਰਿਤਕ ਸਰੀਰਾਂ 'ਚੋਂ ਬੋ ਆ ਰਹੀ ਹੈ। ਕੁਝ ਸਮਾਂ ਪਹਿਲਾਂ ਮੁਰਦਾ ਘਰ ਤੋਂ ਕੱਢੇ ਗਏ 2 ਮ੍ਰਿਤਕ ਸਰੀਰਾਂ ਦੀਆਂ ਅੱਖਾਂ ਗਾਇਬ ਸੀ। ਆਟੋਨਮੀ ਵਿਭਾਗ ਦੇ ਮੁਲਾਜ਼ਮਾਂ ਦਾ ਇਹ ਮੰਨਣਾ ਹੈ ਕਿ ਚੂਹਿਆਂ ਨੇ ਅੱਖਾਂ ਖਾ ਲਈਆਂ। ਦਾਨ ਦਿੱਤੇ ਗਏ ਇਹਨਾਂ ਸਰੀਰਾਂ ਦੀ ਵਰਤੋਂ ਕਾਲਜ MBBS ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਨੂੰ ਮਨੁੱਖੀ ਸਰੀਰ ਦੇ ਬਾਹਰੀ ਤੇ ਅੰਦਰੂਨੀ ਢਾਂਚੇ ਦਾ ਅਧਿਐਨ ਕਰਾਉਣ ਜਿਹੜਾ ਜੀ ਉਹ ਕੀਤਾ ਜਾਂਦਾ ਹੈ। ਇਹਨਾਂ ਸਰੀਰਾਂ ਨੂੰ ਮੁਰਦਾ ਘਰ ਤੋਂ ਬਾਹਰ ਕੱਢਿਆ ਜਾਂਦਾ ਹੈ ਤਾਂ ਉਹਨਾਂ ਤੇ ਕੀੜੇ ਤੁਰੇ ਫਿਰਦੇ ਜਿਹੜਾ ਜੀ ਉਹ ਮਿਲਦੇ ਨੇ। ਵਿਭਾਗ ਦੇ ਮੁਲਾਜ਼ਮ ਜਿਹੜੇ ਨੇ ਸਰੀਰਾਂ ਨੂੰ ਵਿਸ਼ੇਸ਼ ਜਿਹੜੀਆਂ ਦਵਾਈਆਂ ਨਾਲ ਸਾਫ਼ ਕਰਕੇ ਸਟੂਡੈਂਟਸ ਦੇ ਅੱਗੇ ਪੇਸ਼ ਤਾਂ ਕਰਨ ਦੇ, ਪਰ ਇਹਨਾਂ ਦੀ ਹਾਲਤ ਦੇਖ ਕੇ ਵਿਦਿਆਰਥੀ ਜਿਹੜੇ ਆ ਜੀ ਮੈਡੀਕਲ ਪੜ੍ਹਾਈ ਵਾਲੇ ਉਹ ਬਹੁਤੀ ਵਾਰੀ ਡਰ ਜਾਂਦੇ ਆ। ਜਿਹੜਾ ਮਾਸ ਹੈ ਜੀ ਉਹ ਥਾਂ ਥਾਂ ਤੋਂ ਗਾਇਬ ਹੈ, ਹੱਡੀਆਂ ਵਿਖਾਈ ਦਿੰਦੀਆਂ ਨੇ। ਇਸੇ ਹਫ਼ਤੇ ਤਰਨਤਾਰਨ ਨਿਵਾਸੀ ਇੱਕ ਅਧਿਆਪਕ ਜਿਹੜਾ ਸੀਗਾ ਜੀ ਸਰਦੂਲ ਸਿੰਘ, ਉਹਦਾ ਡੈਡ ਬੋਡੀ ਜਿਹੜੀ ਸੀਗੀ ਮੈਡੀਕਲ ਕਾਲਜ 'ਚ ਲਿਆਂਦੀ ਗਈ। ਇੱਥੋਂ ਮਾੜੇ ਪ੍ਰਬੰਧ ਨੂੰ ਵੇਖਦਿਆਂ ਹੋਇਆਂ ਜਿਹੜੇ ਪਰਿਵਾਰ ਵਾਲੇ ਸੀਗੇ ਉਹਨਾਂ ਨੇ ਸਰੀਰ ਦੇਣ ਤੋਂ ਨਾਂਹ ਜਿਹੜੀ ਜੀ ਉਹ ਕਰ ਦਿੱਤੀ। ਜਿਹੜਾ ਵਿਭਾਗ ਸੀਗਾ ਉਹਨੇ ਇਹ ਕਿਹਾ ਜੀ ਕਿ ਤੁਸੀਂ ਇਹਦੀ ਫਿਕਰ ਨਾ ਕਰੋ, ਅਸੀਂ ਵਿਸ਼ੇਸ਼ ਦਵਾਈਆਂ ਲਾ ਕੇ ਇਹਨੂੰ ਜਿਹੜਾ ਜੀ ਉਹ ਸੁਰੱਖਿਅਤ ਰੱਖਾਂਗੇ। ਫਿਰ ਪਰਿਵਾਰ ਨੇ ਜਿਹੜਾ ਜੀ ਮ੍ਰਿਤਕ ਸਰੀਰ ਉਹਨਾਂ ਨੂੰ ਸੌਂਪਿਆ। ਇਹ ਉੱਥੋਂ ਹੀ ਗੱਲ ਜਿਹੜੀ ਉੱਠੀ ਕਿ ਇਸ ਪਰਿਵਾਰ ਨੇ ਜਿਹੜੇ ਸੀਗੇ ਉਹ ਇਹਦੇ ਉੱਤੇ ਕਿੰਤੂ ਪਰੰਤੂ ਜਿਹੜੇ ਉਹ ਉਠਾਏ। ਇੱਕ RTI ਐਕਟਿਵਿਸਟ ਨੇ ਜੀ ਉਹਨਾਂ ਨੇ ਇਹ ਗੱਲ ਜਿਹੜੀ ਹੈ ਜੀ ਉਠਾਈ ਆ ਕਿ ਇੱਥੇ ਜਿਹੜਾ AC ਪਲਾਂਟ ਹੈ ਉਹ ਠੀਕ ਕਰਵਾਉਣ ਦੀ ਕਈ ਵਾਰੀ ਅਪੀਲ ਜਿਹੜੀ ਹੋ ਚੁੱਕੀ ਆ। ਵਿਭਾਗ ਨੇ ਗ੍ਰਾਂਟ ਤਾਂ ਜਾਰੀ ਕੀਤੀ ਆ ਪਰ ਅਜੇ ਤੱਕ AC ਪਲਾਂਟ ਦੀਆਂ ਮਸ਼ੀਨਾਂ ਜਿਹੜੀਆਂ ਜੀ ਉਹ ਇੰਸਟਾਲ ਨਹੀਂ ਕੀਤੀਆਂ ਗਈਆਂ। ਇਹੋ ਜਿਹੀ ਜਿਹੜੀ ਖਬਰ ਆ ਜੀ ਬੇਸ਼ੱਕ ਉਹ ਆਉਣੀ ਤਾਂ ਨਹੀਂ ਚਾਹੀਦੀ ਪਰ ਫਿਰ ਵੀ ਜੇ ਆ ਰਹੀ ਹੈ ਤੇ ਉਹ ਬਹੁਤ ਮਾੜੀ ਗੱਲ ਹੈ, ਖਾਸ ਤੌਰ ਦੇ ਉੱਤੇ ਉਹਨਾਂ ਲੋਕਾਂ ਦੇ ਵਾਸਤੇ ਜਿਹੜੇ ਸਮਝਦੇ ਨੇ ਕਿ ਇਹ ਸਰੀਰ ਜਿਹੜਾ ਜੀ ਉਹ ਦਾਨ ਕਰ ਦਿੱਤਾ ਜਾਵੇ ਤੇ ਕਿਸੇ ਦੇ ਕੰਮ ਆ ਜਾਏ, ਪਰ ਜਿਹੜੀ ਉਹਦੀ ਬੇਕਦਰੀ ਹੋ ਰਹੀ ਆ ਉਹਨੂੰ ਵੇਖ ਕੇ ਨਿਰਸੰਦੇਹ ਕਈ ਆਪਣਾ ਮਨ ਬਦਲ ਸਕਦੇ ਆ। ਬਿਲਕੁਲ ਜੀ, ਜਿਸ ਤਰ੍ਹਾਂ ਦੀ ਬੇਕਦਰੀ ਆ ਦੇਹ ਦੀ ਹੋ ਰਹੀ ਆ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਅੰਮ੍ਰਿਤਸਰ ਦੇ ਵਿੱਚ ਇੱਕ ਨਸ਼ੇੜੀ ਨੇ ਕੇਂਦਰੀ ਮੰਤਰੀ ਤੇ ਸਾਂਪਲਾ ਨੂੰ ਕੀਤੇ ਸਵਾਲ। ਐਕਚੁਅਲੀ ਜੀ ਇਹ ਕੇਂਦਰੀ ਮੰਤਰੀ ਨੇ ਥਾਵਰ ਚੰਦ ਗਹਿਲੋਤ ਇੱਥੇ ਅੰਮ੍ਰਿਤਸਰ ਦੇ ਵਿੱਚ ਆਏ ਸਨ ਤੇ ਚਲੇ ਗਏ ਇੱਕ ਨਸ਼ਾ ਛਡਾਊ ਸੈਂਟਰ ਦੇ ਵਿੱਚ ਨਸ਼ਾ ਛੱਡਣ ਵਾਲਿਆਂ ਦਾ ਹਾਲ ਚਾਲ ਜਿਹੜਾ ਸੀਗਾ ਜੀ ਉਹ ਪੁੱਛਣ ਦੇ ਵਾਸਤੇ। ਔਰ ਇਹ ਸਰਕਾਰੀ ਮੈਡੀਕਲ ਕਾਲਜ ਦੇ ਵਿੱਚ ਸਵਾਮੀ ਵਿਵੇਕਾਨੰਦ ਨਸ਼ਾ ਮੁਕਤੀ ਸੈਂਟਰ ਹੈ। ਜਦੋਂ ਇੱਥੇ ਪਹੁੰਚੇ ਇਹਨਾਂ ਦੇ ਨਾਲ ਕੇਂਦਰੀ ਮੰਤਰੀ ਵਿਜੇ ਸਾਂਪਲਾ ਜਿਹੜੇ ਪੰਜਾਬ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਵੀ ਨੇ ਉਹ ਖੜੇ ਸਨ ਜੀ, ਨਾਲ ਖੜੇ ਨੇ। ਫੋਟੋਆਂ ਜਿਹੜੀਆਂ ਜੀ ਉਹ ਅਖਬਾਰਾਂ ਦੇ ਵਿੱਚ ਵੀ ਛਪੀਆਂ ਨੇ। ਨਸ਼ੇੜੀ ਤੋਂ ਪੁੱਛਗਿੱਛ ਜਿਹੜੀ ਹੈ ਜੀ ਉਹ ਕਰ ਰਹੇ ਨੇ। ਜਿਹੜੇ ਗਹਿਲੋਤ ਸੀਗੇ ਉਹਨਾਂ ਨੇ ਇਹ ਪੁੱਛ ਲਿਆ ਕਿ ਕਾਕਾ ਤੈਨੂੰ ਨਸ਼ਾ ਮਿਲਦਾ ਕਿੱਥੋਂ ਸੀਗਾ, ਤਾਂ ਅੱਗੋਂ ਜਿਹੜਾ ਨਸ਼ਾ ਛੱਡਣ ਆਇਆ ਮੁੰਡਾ ਸੀਗਾ ਜੀ ਉਹਦੇ ਜਵਾਬ ਨੇ ਫਿੱਟ ਕਰਤਾ ਜੀ ਦੋਵਾਂ ਨੂੰ। ਉਹ ਕਹਿੰਦਾ ਜੀ ਜਿਹੜੀ ਪਾਰਟੀ ਦੀ ਤੁਹਾਡੇ ਨਾਲ ਸਾਂਝ ਹੈ ਪੰਜਾਬ ਦੇ ਵਿੱਚ ਉਹਦਾ ਵਿਧਾਇਕ ਜਿਹੜਾ ਸੀਗਾ ਜੀ ਉਹ ਸਾਡੇ ਪਿੰਡ ਸਪਲਾਈ ਕਰਦਾ ਸੀ, ਘਰ ਘਰ ਦੇ ਵਿੱਚ ਉਹਦੇ ਬੰਦੇ ਜਿਹੜੇ ਉਹ ਸਪਲਾਈ ਕਰਦੇ ਸੀ। ਜਦੋਂ ਇੰਨੀ ਗੱਲ ਜਿਹੜੀ ਜੀ ਕਹੀ ਤੇ ਉੱਥੋਂ ਜਿਹੜਾ ਜੀ ਗਾਹ ਨੂੰ ਤੁਰ ਪਏ ਗਹਿਲੋਤ ਵੀ ਤੇ ਵਿਜੇ ਸਾਂਪਲਾ ਹੁਣੀ ਵੀ। ਔਰ ਉਦੋਂ ਬਾਅਦ ਜਿਹੜੀ ਪ੍ਰੈਸ ਕਾਨਫਰੰਸ ਸੀ, ਕਿਉਂਕਿ ਪੱਤਰਕਾਰ ਉਦੋਂ ਵੀ ਨਾਲ ਸੀਗੇ, ਉਹਨਾਂ ਨੇ ਸੁਣ ਲਿਆ ਤੇ ਜਿਹੜੇ ਮੰਤਰੀ ਸੀ ਉਹਨਾਂ ਨੂੰ ਪੁੱਛਿਆ ਗਿਆ ਕਿ ਉਹਦੇ ਬਾਰੇ ਕੁਝ ਕਰੋਗੇ। ਜਿਹੜੇ ਵਿਧਾਇਕ ਦਾ ਨਾਮ ਲੈ ਕੇ ਜਿਹੜਾ ਨਸ਼ਾ ਛੱਡਣ ਆਇਆ ਸੀਗਾ ਨੌਜਵਾਨ, ਉਹਨੇ ਨਾਮ ਦੱਸਿਆ ਕਿ ਉਹ ਨਸ਼ੇ ਦੀ ਸਪਲਾਈ ਕਰਦਾ ਸੀ। ਥਾਵਰ ਚੰਦ ਗਹਿਲੋਤ ਹੋਰੀ ਜਿਹੜੇ ਕਹਿੰਦੇ ਕਿ ਉਹਨੇ ਕਿਸੇ ਦਾ ਨਾਮ ਨਹੀਂ ਲਿਆ। ਜਦੋਂ ਉਹਨਾਂ ਨੂੰ ਦੱਸਿਆ ਗਿਆ ਕਿ ਉਹਨੇ ਨਾਮ ਲਿਆ, ਪੱਤਰਕਾਰ ਵੀ ਉੱਥੇ ਕੋਲੇ ਸੀਗੇ ਤੇ ਉਹ ਕਹਿੰਦੇ ਸਾਡੇ ਕੋਲੇ ਲਿਖਤੀ ਰੂਪ 'ਚ ਕੁਛ ਨਹੀਂਗਾ, ਜੇ ਉਹ ਲਿਖਤੀ ਰੂਪ 'ਚ ਦੇਊਗਾ ਤੇ ਫਿਰ ਅਸੀਂ ਕਾਰਵਾਈ ਕਰਾਂਗੇ। ਵਿਜੇ ਸਾਂਪਲਾ ਹੋਰਾਂ ਨੂੰ ਵੀ ਇਹ ਪੁੱਛਿਆ ਗਿਆ ਜੀ ਕਿ ਤੁਸੀਂ ਤਾਂ ਇੱਥੇ ਪੰਜਾਬ ਭਾਜਪਾ ਦੇ ਪ੍ਰਧਾਨ ਹੋ, ਤੁਹਾਡੇ ਨਾਲ ਉਹਨਾਂ ਦੀ ਸਾਂਝ ਹੈ। ਉਹਨੇ ਸਿੱਧਾ ਜਿਹੜਾ ਜੀ ਵਿਧਾਇਕ ਦਾ ਨਾਮ ਲਿਆ ਜਿਹੜਾ ਇਸ ਵਾਰੀ ਚੋਣ ਹਾਰ ਗਿਆ ਤੇ ਉਹਦੇ ਬਾਰੇ ਤੁਸੀਂ ਕਾਰਵਾਈ ਕਰੋਗੇ। ਤਾਂ ਵਿਜੇ ਸਾਂਪਲਾ ਹੋਰਾਂ ਦਾ ਜਵਾਬ ਵੀ ਬੜਾ ਅਜੀਬ ਸੀਗਾ ਜੀ। ਕਹਿੰਦੇ ਮੈਂ ਤਾਂ ਪਿੱਛੇ ਖੜਾ ਸੀਗਾ, ਮੈਨੂੰ ਉਹਦਾ ਨਾਮ ਨਹੀਂ ਸੁਣਿਆ, ਮੇਰੇ ਤੋਂ ਦੂਰ ਸੀ। ਜਦੋਂ ਕਿ ਫੋਟੋਆਂ ਜਿਹੜੀਆਂ ਜੀ ਉਹ ਵਿਜੇ ਸਾਂਪਲਾ ਹੋਰਾਂ ਦੇ ਝੂਠ ਦੀ ਕਹਾਣੀ ਜਿਹੜੀ ਹੈ ਜੀ ਬੜੀ ਕਲੀਅਰ ਜੀ ਦੱਸ ਰਹੀਆਂ ਨੇ ਕਿ ਏਦਾਂ ਦੀ ਗੱਲ ਨਹੀਂ ਸੀ, ਐਡੀ ਦੂਰ ਨਹੀਂ ਸੀ ਉਹ ਖੜੇ ਤੇ ਉੱਥੇ ਨਾਮ ਨਾ ਸੁਣਿਆ ਹੁੰਦਾ। ਹਾਂ ਇੰਨਾ ਜ਼ਰੂਰ ਹੈ, ਜਿਨ੍ਹਾਂ ਨੂੰ 10 ਸਾਲ ਨਾਮ ਨਹੀਂ ਸੁਣਿਆ ਉਹਨਾਂ ਨੂੰ ਹੁਣ ਵਿਚਾਰਿਆਂ ਨੂੰ 3 ਮਹੀਨਿਆਂ 'ਚ ਕਿੱਥੋਂ ਸੁਣ ਜਾਣੇ ਜੀ। ਹਾਂ ਬਿਲਕੁਲ ਜੀ, ਇਹਨਾਂ ਨੂੰ ਤਾਂ ਲਿਖ ਕੇ ਦਿੱਤਾ ਵੀ ਇਹ ਨਹੀਂ ਕਹਿਣਾ ਵੀ ਨਹੀਂ ਸਾਡੇ ਕੋਲ ਨਹੀਂ ਆਇਆ। ਬਹੁਤ ਬਹੁਤ ਤੁਹਾਡਾ ਧੰਨਵਾਦ ਜੀ।
ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਇਹ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਹੁਣ ਇਸੇ ਦੇ ਨਾਲ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ ਹੈ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।